ਉੱਚਾ ਕਰਕੇ ਜਾਵਾਂਗਾ ਮੈਂ ਜਗ ਤੇ ਬੋਲ ਪੰਜਾਬੀ ਦਾ, ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ। ਖੌਰੇ ਕਿੰਨੀਆਂ ਕੁ ਕਹਾਵਤਾਂ ਮਾਂ ਬੋਲੀ ਪੰਜਾਬੀ ਵਾਸਤੇ ਹਰੇਕ ਪੰਜਾਬੀ ਦੀ ਰੂਹ ਦੇ ਵਿੱਚੋਂ ਬਾਹਰ ਆਉਂਦੀਆਂ ਨੇ, ਪਰ ਗੱਲ ਇਹ ਹੈ ਇਸ ਦੇ ਬਾਵਜੂਦ ਵੀ ਪੰਜਾਬ ਦੀ ਅੱਜ ਜੋ ਸਥਿਤੀ ਹੈ ਉਹ ਵਾਕਿਆ ਬੜੀ ਗੰਭੀਰ ਆ, ਕਿਉਂਕਿ ਚਾਰੇ ਪਾਸੇ ਬਾਜ਼ਾਰਾਂ ਤੇ ਸਰਕਾਰੀ ਅਦਾਰਿਆਂ ਤੋਂ ਲੈ ਕੇ ਸਕੂਲਾਂ ਕਾਲਜਾਂ ਦੇ ਬੂਹਿਆਂ ਦੇ ਉੱਤੇ ਜਦੋਂ ਤਖਤੀਆਂ ਵੇਖੀਦੀਆਂ ਨੇ ਅੰਗਰੇਜ਼ੀ ਵਿੱਚ ਲਿਖੀਆਂ ਹੋਈਆਂ ਤੇ ਮਨ ਨੂੰ ਬੜੀ ਤਕਲੀਫ ਪਹੁੰਚਦੀ ਹੈ। ਭਗਵੰਤ ਮਾਨ ਸਰਕਾਰ ਨੇ ਵੀ ਇਸ ਮੁੱਦੇ ਨੂੰ ਲੈ ਕੇ ਹੀ ਐਲਾਨ ਕੀਤਾ ਸੀ ਕਿ 21 ਫਰਵਰੀ ਜਿਹੜਾ ਵਿਸ਼ਵ ਕੌਮਾਂਤਰੀ ਮਾਂ ਬੋਲੀ ਦਿਵਸ ਹੈ ਉਸ ਤੋਂ ਪਹਿਲਾਂ ਸਾਰੇ ਜਣੇ ਇਹ ਜਿਹੜੇ ਤਖਤੀਆਂ ਨੇ ਇਹਨਾਂ ਨੂੰ ਬਦਲ ਲਓ, ਇਹਨਾਂ ਨੂੰ ਪੰਜਾਬੀ 'ਚ ਕਰ ਲਓ, ਨਹੀਂ ਤਾਂ ਇਸ ਤੋਂ ਬਾਅਦ ਸਾਨੂੰ ਜਿਹੜਾ ਆ ਥੋੜਾ ਸਖਤਾਈ ਕਰਨੀ ਪਊਗੀ। ਇਹ ਗੱਲ ਉਹਨਾਂ ਨੇ ਕੀਤੀ ਸੀ। ਸਾਡੇ ਅੱਜ ਦੇ ਮਹਿਮਾਨ ਸ਼ਖਸੀਅਤ ਡਾਕਟਰ ਅਰਵਿੰਦਰ ਕੌਰ ਕਾਕੜਾ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਕਿਉਂਕਿ ਪੰਜਾਬੀ ਸ਼ਾਇਰਾਂ ਨੇ, ਪੰਜਾਬੀ ਅਦਬ ਲਈ ਕੰਮ ਕਰ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਆ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਆ। ਅੱਜ ਦਾ ਜਿਹੜਾ ਸਰੋਕਾਰ ਆ ਉਹ ਇਹੀ ਆ ਕਿ ਉਹਨਾਂ ਨਾਲ ਗੱਲਬਾਤ ਕਰਦੇ ਆ। ਸਵਾਗਤ ਕਰਦੇ ਆ ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਕਮਲ ਜੀ, ਤੇ ਮੈਂ ਧੰਨਵਾਦ ਕਰਾਂਗੀ 92 ਟੀਵੀ ਦਾ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਕਰਨ ਦਾ ਅੱਜ ਜਿਹੜਾ ਉਪਰਾਲਾ ਕੀਤਾ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਜੀ। ਗੱਲ ਮਾਂ ਬੋਲੀ ਪੰਜਾਬੀ ਦੀ ਚਰਚਾ ਹੋ ਰਹੀ ਆ ਲਗਾਤਾਰ। ਭਗਵੰਤ ਮਾਨ ਸਰਕਾਰ ਜਦੋਂ ਆਈ ਉਹਨਾਂ ਦੀਆਂ ਕੋਸ਼ਿਸ਼ਾਂ ਆ ਕਿ ਅਸੀਂ ਜਿਹੜੀ ਪੰਜਾਬੀ ਆ ਉਹ ਲਾਗੂ ਕਰਵਾ ਲਈਏ। 21 ਤਰੀਕ ਤੱਕ ਦਾ ਜਿਹੜਾ ਸਮਾਂ ਉਹ ਦਿੱਤਾ ਸੀਗਾ। ਤੁਸੀਂ ਵੀ ਹਰ ਰੋਜ਼ ਵਿਚਰਦੇ ਹੋ, ਤੁਸੀਂ ਬੱਚਿਆਂ ਨੂੰ ਪੜ੍ਹਾਉਣ ਜਾਂਦੇ ਹੋ, ਹਰ ਰੋਜ਼ ਤੁਹਾਨੂੰ ਲੰਘ ਕੇ ਜਾਣਾ ਪੈਂਦਾ। ਇੱਥੋਂ ਮੈਂ ਪਟਿਆਲੇ ਤੋਂ ਗੱਲ ਕਰੂੰਗਾ, ਹੋਰ ਵੀ ਸ਼ਹਿਰਾਂ 'ਚ ਤੁਹਾਨੂੰ ਵਿਚਰਨਾ ਪੈਂਦਾ। ਇਸ ਸਮੇਂ ਦਰਮਿਆਨ ਤੁਸੀਂ ਜੋ ਕੁਝ ਦੇਖਿਆ, ਕੀ ਹਾਲਾਤ ਬਦਲੇ ਨਜ਼ਰ ਆਏ? ਕਮਲ ਜੀ, ਜਿਹੜਾ ਤੁਸੀਂ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਹੋਰਾਂ ਨੇ ਇੱਕ ਐਲਾਨ ਕਰ ਦਿੱਤਾ ਸੀ ਕਿ 21 ਫਰਵਰੀ ਤੱਕ ਜਿਹੜੇ ਬੋਰਡ ਨੇ ਉਹਨਾਂ ਤੇ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ ਜੀ, ਪਰ ਐਕਚੁਅਲ ਮੈਨੂੰ ਜੋ ਲੱਗਦਾ ਆ ਕਿ ਇਕੱਲਾ ਬੋਰਡ ਤਬਦੀਲ ਹੋਣ ਨਾਲ ਗੱਲ ਨਹੀਂ ਬਣਨੀ ਹੈਗੀ। ਲੋਕਾਂ ਦੀ ਮਾਨਸਿਕਤਾ ਦੇ ਵਿੱਚ ਜਿਹੜੀ ਗੱਲ ਫਸੀ ਹੋਈ ਆ ਉਹ ਸਵਾਲ ਉੱਥੇ ਜਾ ਕੇ ਖੜਾ ਆ, ਕਿਉਂਕਿ ਇੰਨੇ ਚਿਰ ਤੋਂ ਜਿਹੜੀ ਸਾਡੀ ਮਾਨਸਿਕਤਾ ਆ ਉਸ ਦੇ ਵਿੱਚ ਜਿਸ ਤਰ੍ਹਾਂ ਦਾ ਪੰਜਾਬੀ ਦਾ ਇੱਕ ਬਿੰਬ ਉਸਰਿਆ ਹੋਇਆ ਹੈ ਨਾ, ਉਹ ਹੌਲੀ ਹੌਲੀ ਦੂਰ ਹੋਏਗਾ। ਤੇ ਦੂਸਰੀ ਗੱਲ ਇਹ ਹੈ ਕਿ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ, ਇੱਕ ਬਾਹਰੀ ਦਿੱਖ ਹੁੰਦੀ ਹੈ, ਇੱਕ ਅੰਦਰੂਨੀ ਦਿੱਖ ਹੁੰਦੀ ਆ। ਬਾਹਰੀ ਦਿੱਖ ਤੇ ਅਸੀਂ ਜਿੰਨੀ ਮਰਜ਼ੀ ਤਬਦੀਲੀ ਕਰ ਰਹੇ, ਜਿੰਨਾ ਚਿਰ ਸਾਡੀ ਅੰਦਰੂਨੀ ਦਿੱਖ ਨਹੀਂ ਬਦਲਦੀ ਉਹਨਾਂ ਚਿਰ ਕੁਛ ਵੀ ਨਹੀਂ ਬਣਦਾ। ਇਸੇ ਲਈ ਲੋਕ ਸਮਝਦੇ ਨੇ ਕਿ ਭਗਵੰਤ ਮਾਨ ਸਰਕਾਰ ਜਦੋਂ ਵੀ ਆਈ ਉਦੋਂ ਦੇ ਐਲਾਨ ਕਰੀ ਜਾਂਦੀ ਹੈ, ਆਪਣੇ ਵਾਅਦੇ ਕਰੀ ਜਾਂਦੀ ਹੈ। ਇਹ ਵਾਅਦੇ ਉਹਦੇ ਪੂਰੇ ਤਾਂ ਹੋ ਨਹੀਂ ਰਹੇ, ਇਹ ਵੀ ਇੱਕ ਐਲਾਨ ਹੀ ਹੈ ਵੀ ਉਹਨੇ ਐਲਾਨ ਕਰ ਦਿੱਤਾ ਆ, ਵੇਖਾਂਗੇ ਜਦੋਂ ਕੋਈ ਕਾਰਵਾਈ ਹੋਏਗੀ। ਜ਼ਿਆਦਾਤਰ ਕੁਛ ਲੋਕ ਜਿਹੜੇ ਪਹਿਲਾਂ ਵੀ ਮਾਂ ਬੋਲੀ ਨੂੰ ਪਿਆਰ ਕਰਦੇ ਸੀ ਤੇ ਉਹਨਾਂ ਨੇ ਪੰਜਾਬੀ ਦੇ ਨਾਲ ਇੰਗਲਿਸ਼ ਅੰਗਰੇਜ਼ੀ ਲਿਖੀ ਹੋਈ ਸੀ, ਉਹਨਾਂ ਨੇ ਕੁਛ ਥੋੜ੍ਹਾ ਜਿਹਾ ਤਬਦੀਲ ਕੀਤਾ ਜਾਂ ਕੁਛ ਹੋਰ ਜਿਹੜੇ ਸਮਝਦੇ ਨੇ ਹੋ ਸਕਦਾ ਸਖਤਾਈ ਹੋ ਜਾਵੇ, ਕਿਉਂਕਿ ਇਹਦੇ ਵਿੱਚ ਇਕੱਲਾ ਭਗਵੰਤ ਮਾਨ ਹੀ ਨਹੀਂ ਹੈਗਾ, ਇਹਦੇ ਵਿੱਚ ਅਦਬ ਦੇ ਉਹ ਸ਼ਖਸੀਅਤਾਂ ਨੇ ਜਿਹੜੀਆਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੀਆਂ ਨੇ। ਉਹਨਾਂ ਨੇ ਵੀ ਇਹੀ ਸੋਚਿਆ ਕਿ ਪਹਿਲਾਂ ਤਾਂ ਉਹ ਆਪ ਹੀ ਪ੍ਰਚਾਰ ਕਰਦੀਆਂ ਰਹੀਆਂ, ਚਾਹੇ ਉਹ ਲੇਖਕ ਸਭਾਵਾਂ ਨੇ ਸਾਡੀਆਂ, ਚਾਹੇ ਹੋਰ ਜਿਹੜੇ ਸੁਹਿਰਦ ਮਿੱਤਰ ਹੈਗੇ ਨੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ। ਪਰ ਇੱਕ ਸਰਕਾਰ ਦਾ ਇਹ ਐਲਾਨਨਾਮਾ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਸਰਕਾਰ ਸਾਡੇ ਨਾਲ ਹੈ, ਪਰ ਅਸੀਂ ਵੇਖਾਂਗੇ ਕਿੱਥੋਂ ਤੱਕ ਸਰਕਾਰ ਜਿਹੜੀ ਹੈਗੀ ਹੈ ਪੰਜਾਬੀ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਹੈ। ਤੇ ਬੋਰਡਾਂ ਉੱਤੇ ਲਿਖੇ ਹੋਏ ਨਾਮ ਜਿਹੜੇ ਹੈਗੇ ਨੇ, ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਅਜੇ ਬਹੁਤ ਘੱਟ ਜਿਹੜਾ ਹੈਗਾ ਤਬਦੀਲ ਹੋਏ ਨੇ। ਬਹੁਤ ਥੋੜ੍ਹੇ ਲੋਕਾਂ ਨੇ ਜਿਹੜਾ ਹੈ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਬੋਰਡ ਆਪਣੇ ਤਬਦੀਲ ਕੀਤੇ ਨੇ, ਤੇ ਹੋ ਸਕਦਾ ਜੇ ਸਖਤਾਈ ਹੋ ਗਈ 21 ਤੋਂ ਬਾਅਦ ਤਾਂ ਉਹ ਮਜਬੂਰ ਹੋ ਜਾਣਗੇ। ਪਰ ਮੈਂ ਇਸ ਦੇ ਨਾਲ ਇਹ ਨਹੀਂ ਹੋ ਸਕਦਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕੇ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਾਸਤੇ ਇੱਕ ਲਹਿਰ ਸਾਨੂੰ ਤਿਆਰ ਕਰਨੀ ਪਏਗੀ। ਉਸ ਲਹਿਰ ਦੇ ਵਿੱਚ ਲੋਕਾਂ ਦੀ ਮਾਨਸਿਕਤਾ, ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਭਾਸ਼ਾ ਵਿਰੋਧੀ ਨੀਤੀਆਂ, ਉਹਨਾਂ ਨੂੰ ਤਬਦੀਲ ਕਰਨਾ ਹੋਏਗਾ ਜੀ। ਇੱਥੇ ਇੱਕ ਚੀਜ਼ ਅਸੀਂ ਨੋਟ ਕਰਦੇ ਹਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਬੋਲਣ ਦੇ ਵਿੱਚ ਹੁਣ ਥੋੜ੍ਹੀ ਤਕਲੀਫ ਹੈ, ਖਾਸ ਤੌਰ ਦੇ ਉੱਤੇ ਜਿਹੜਾ ਸ਼ਹਿਰੀ ਵਰਗ ਆ ਉਹਨਾਂ ਨੂੰ ਤਾਂ ਐਂ ਲੱਗਦਾ। ਔਰ ਖਾਸ ਤੌਰ 'ਤੇ ਇਹਦੇ ਵਿੱਚ ਜੇ ਮੈਂ ਐਜੂਕੇਸ਼ਨ ਸਿਸਟਮ ਦੀ ਗੱਲ ਕਰ ਲਵਾਂ, ਸਾਡੇ ਬਹੁਤੇ ਜਿਹੜੇ ਸਿੱਖਿਆ ਅਦਾਰੇ ਜਾਂ CBSE ਸਿਲੇਬਸ ਦੇ ਜਿਹੜੇ ਸਕੂਲ ਆ ਉੱਥੇ ਅਸੀਂ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਹਾਂ ਕਿ ਪੰਜਾਬੀ ਵਿਰੋਧੀ ਇੱਕ ਤਰ੍ਹਾਂ ਦੀ ਲਾਬੀ ਕੰਮ ਕਰ ਰਹੀ ਹੈਗੀ ਆ। ਆਮ ਲੋਕ ਜਿਵੇਂ ਕਿ ਅਸੀਂ ਉਸ ਪੱਖ 'ਚ ਵੀ ਜਾਂਦੇ ਹਾਂ ਕਿ ਜਦੋਂ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਪੰਜਾਬ ਰਹੇ ਆ, ਉਹਨਾਂ ਨੇ ਵੀ ਸਰਕਾਰੀ ਦਫ਼ਤਰੀ ਭਾਸ਼ਾ ਦੇ ਬਾਰੇ ਗੱਲ ਕੀਤੀ ਸੀ ਵੀ ਇਹ ਪੰਜਾਬੀ ਹੋਣਾ ਚਾਹੀਦਾ ਸਾਰਾ ਕੰਮਕਾਰ, ਉਦੋਂ ਵੀ ਨਹੀਂ ਅਸੀਂ ਕਰਵਾ ਸਕੇ। ਇੱਥੇ ਤੁਹਾਨੂੰ ਕੀ ਖੜੋਤ ਨਜ਼ਰ ਆਉਂਦੀ ਹੈ?
ਕਮਲ ਜੀ ਇੱਥੇ ਅਸਲ ਦੇ ਵਿੱਚ ਗੱਲ ਇਹ ਆ ਕਿ ਐਕਟ ਬਣਾਏ ਜਾਂਦੇ ਨੇ ਜੀ। ਐਕਟਾਂ ਨੂੰ ਲਾਗੂ ਕਰਨਾ ਪੂਰੇ ਢੰਗ ਦੇ ਨਾਲ ਉਹ ਯਤਨ ਨਹੀਂ ਕੀਤੇ ਜਾ ਰਹੇ। ਸਰਕਾਰ ਜਿਹੜੀ ਐਕਟ ਬਣਾ ਦਿੰਦੀ ਹੈ ਕਿਸੇ ਦਬਾਅ ਦੇ ਕਾਰਨ, ਜਦੋਂ ਲੋਕ ਖੜੇ ਹੁੰਦੇ ਨੇ, ਜਦੋਂ ਲੇਖਕ ਸਭਾਵਾਂ ਖੜੀਆਂ ਹੁੰਦੀਆਂ ਨੇ, ਉਹ ਇੱਕ ਦਬਾਅ ਜਿਹਾ ਬਣਦਾ, ਉਹ ਐਕਟ ਬਣ ਜਾਂਦਾ ਆ, ਪਰ ਐਕਟ ਨੂੰ ਠੀਕ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਜਾਂਦਾ। ਕਾਰਨ ਕੀ ਹੈ ਇਹ ਆਪਾਂ ਨੂੰ ਵੇਖਣਾ ਪਵੇਗਾ ਕਿ ਇਸ ਪਿੱਛੇ ਜਿਹੜੀ ਮਨਸ਼ਾ ਹੈਗੀ ਹੈ ਸਰਕਾਰ ਦੀ, ਉਹ ਜੋ ਹੈ ਉਹ ਭਾਸ਼ਾ ਵਿਰੋਧੀ ਆ। ਕਿਉਂਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਦੇਸ਼ ਵੰਡਿਆ ਜਾਂਦਾ ਹੈਗਾ ਆ, ਉਸ ਤੋਂ ਪਹਿਲਾਂ ਜਿਹੜੀ ਦੇਸ਼ ਦੇ ਵਿੱਚ ਭਾਸ਼ਾ ਚੱਲਦੀ ਆ ਰਹੀ ਹੈਗੀ ਆ ਉਹ ਅੰਗਰੇਜ਼ੀ ਭਾਸ਼ਾ ਸੀਗੀ। ਅੰਗਰੇਜ਼ੀ ਭਾਸ਼ਾ ਤੋਂ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀਗਾ, ਉਸ ਸਮੇਂ ਜਿਹੜੀ ਪੰਜਾਬ ਦੇ ਦਰਬਾਰ ਦੀ ਭਾਸ਼ਾ ਫਾਰਸੀ ਗਿਣੀ ਜਾਂਦੀ ਸੀ। ਅੰਗਰੇਜ਼ ਆ ਗਏ, ਅੰਗਰੇਜ਼ਾਂ ਨੂੰ ਆਪਣੇ ਮਕਸਦ ਵਾਸਤੇ, ਆਪਣੇ ਪ੍ਰਚਾਰ ਦੇ ਵਾਸਤੇ, ਉਹਨਾਂ ਨੂੰ ਇੱਕ ਆਪਣਾ ਜਿਹੜਾ ਪ੍ਰਬੰਧ ਚਲਾਉਣ ਦੇ ਵਾਸਤੇ ਉਹਨਾਂ ਨੂੰ ਕਰਿੰਦੇ ਤਿਆਰ ਕਰਨੇ ਪੈਣੇ ਸੀਗੇ, ਤੇ ਉਸ ਵਾਸਤੇ ਉਹਨਾਂ ਨੇ ਆਪਣੀ ਭਾਸ਼ਾ ਦਾ ਪ੍ਰਚਾਰ ਕੀਤਾ। ਤੇ ਨਾਲੇ ਆਪਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਜਦੋਂ ਵੀ ਕੋਈ ਹਮਲਾਵਰ ਕਿਸੇ ਦੇਸ਼ ਦੇ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਉਹਦੀ ਭਾਸ਼ਾ ਨੂੰ, ਉਹਦੇ ਸੱਭਿਆਚਾਰ ਨੂੰ ਬਰਬਾਦ ਕਰਦਾ ਹੈਗਾ ਆ। ਕਿਉਂਕਿ ਜਦੋਂ ਸੱਭਿਆਚਾਰ ਬਰਬਾਦ ਹੋ ਜਾਂਦਾ ਤਾਂ ਉਹ ਜਿਹੜੀ ਲੋਕਾਂ ਦੀ ਮਾਨਸਿਕਤਾ ਆ ਉਸ ਦੇ ਅਧੀਨ ਹੋ ਜਾਂਦੀ ਹੈ। ਇਸੇ ਲਈ ਜਦੋਂ ਸਾਡਾ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ ਤਾਂ ਉਸ ਸਮੇਂ ਜਿਹੜੀ ਅਧੀਨਗੀ ਜਿਹੜੀ ਸੀ ਸਾਡੇ ਲੋਕਾਂ ਨੇ ਆਪਣੀ ਅੰਗਰੇਜ਼ੀ ਭਾਸ਼ਾ ਦੀ ਮੰਨੀ, ਉਹ ਚੱਲਦੀ ਆ ਰਹੀ ਹੈ। ਇਹਦੇ ਨਾਲ ਇਹ ਹੈ ਵੀ ਕਿਉਂਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਰਾਜ ਦੀ ਭਾਸ਼ਾ ਤੇ ਲੋਕਾਂ ਦੀ ਭਾਸ਼ਾ ਇੱਕ ਹੁੰਦੀ ਹੈ, ਉਹ ਦੇਸ਼ ਹਮੇਸ਼ਾ ਹੀ ਵਿਕਾਸ ਕਰਦਾ ਆ। ਪਰ ਸਾਡੇ ਮੁਲਕ ਦੀ ਸਭ ਤੋਂ ਵੱਡੀ ਤਰਾਸਦੀ ਇਹ ਆ ਕਿ ਰਾਜ ਦੀ ਭਾਸ਼ਾ ਹੋਰ ਆ ਤੇ ਲੋਕਾਂ ਦੀ ਭਾਸ਼ਾ ਹੋਰ ਆ। ਕਿਉਂਕਿ ਹਾਕਮ ਸਾਡੇ ਨਹੀਂ ਚਾਹਣਗੇ ਕਿ ਜਿਹੜੀ ਲੋਕਾਂ ਦੀ ਭਾਸ਼ਾ ਦਰਬਾਰ ਦੀ ਭਾਸ਼ਾ ਮੰਨੇ, ਇਸ ਲਈ ਉਹ ਇੱਕ ਫਰਕ ਜਿਹਾ ਰੱਖਦੇ ਨੇ। ਤੇ ਉਸ ਫਰਕ ਦੇ ਵਿੱਚ ਨਾ ਤਾਂ ਇਹ ਰੁਜ਼ਗਾਰ ਦੀ ਭਾਸ਼ਾ ਬਣ ਸਕੀ ਹੈ, ਨਾ ਇੱਕ ਜਿਹੜੀ ਚੰਗੀ ਸਿੱਖਿਆ ਹੈਗੀ ਆ ਉਹਦੀ ਇਹ ਭਾਸ਼ਾ ਬਣ ਸਕੀ ਹੈਗੀ ਆ। ਕਿਉਂ ਨਹੀਂ ਬਣ ਸਕੀ? ਉਹ ਦੇਸ਼ ਵੀ ਸਾਡੇ ਸਾਹਮਣੇ ਨੇ, ਜਰਮਨ ਵਰਗੇ ਹੋਰ ਵੀ ਦੇਸ਼ ਸਾਡੇ ਸਾਹਮਣੇ ਨੇ ਜਿਨ੍ਹਾਂ ਨੇ ਮਾਤ ਭਾਸ਼ਾ ਦੇ ਵਿੱਚ ਵਿਕਾਸ ਕੀਤਾ ਹੈਗਾ ਆ। ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਨਹੀਂ ਚਾਹਣਗੀਆਂ ਕਿ ਜਿਹੜੀ ਰਾਜ ਦੀ ਭਾਸ਼ਾ ਲੋਕਾਂ ਦੀ ਭਾਸ਼ਾ ਹੋਵੇ ਤੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਹੈਗਾ ਆ, ਜਿਹੜੀ ਸਿੱਖਿਆ ਹੈਗੀ ਹੈ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਦਿੱਤੀ ਜਾਵੇ। ਇਹਦੇ ਨਾਲ ਹੀ ਇੱਕ ਸਵਾਲ ਕਮਲ ਜੀ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਕੀਤਾ ਸੀ ਕਿ ਲੋਕਾਂ ਦੀ ਮਾਨਸਿਕਤਾ ਅਧੀਨਗੀ ਵਾਲੀ ਹੈ, ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਅੰਗਰੇਜ਼ ਸਾਡੇ ਤੇ ਰਾਜ ਕਰ ਗਏ, ਪਤਾ ਨਹੀਂ ਉਹ ਸਾਡੇ ਤੋਂ ਕਿੰਨੇ ਵਧੀਆ ਨੇ। ਇਹ ਵੀ ਆਪਣੀ ਮਾਨਸਿਕਤਾ ਵਿੱਚ ਹੈਗਾ ਕਿ ਕਿੰਨਾ ਜ਼ਿਆਦਾ ਪੜ੍ਹਿਆ ਹੋਵੇ ਮਨੁੱਖ, ਉਹ ਜੇ ਪੰਜਾਬੀ ਬੋਲ ਰਿਹਾ ਹੈ ਨਾ ਉਹਨੂੰ ਇਹ ਸਮਝਣਗੇ ਦੇਸੀ ਜਿਹਾ ਆ। ਜੇ ਕੋਈ ਅੰਗਰੇਜ਼ੀ ਦੇ ਸ਼ਬਦ ਬੋਲੇਗਾ ਤੇ ਆਪਾਂ ਇਹ ਸਮਝ ਲੈਂਦੇ ਹਾਂ ਕਿ ਅੰਗਰੇਜ਼ੀ ਵੀ ਇਹ ਤਾਂ ਬਹੁਤ ਪੜ੍ਹਿਆ ਲਿਖਿਆ ਆ। ਇਹ ਜਿਹੜੀ ਸਾਡੀ ਮਾਨਸਿਕਤਾ ਆ ਨਾ, ਇੱਕ ਤਾਂ ਇਹਨੂੰ ਤਬਦੀਲ ਕਰਨ ਦੀ ਲੋੜ ਆ, ਤੇ ਦੂਜਾ ਜਿਹੜਾ ਮੈਨੂੰ ਕਾਰਨ ਲੱਗਦਾ ਹੈ ਜਿਸ ਤਰ੍ਹਾਂ ਦਾ ਅੱਜ ਦਾ ਦੌਰ ਹੈਗਾ ਆ, ਉਹ ਅਸੀਂ ਕੀ ਦੇਖਦੇ ਆ ਕਿ ਜਿਹੜਾ ਮੱਧ ਵਰਗ ਹੈ, ਮੱਧ ਵਰਗ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਜਾਂ ਪਰਿਵਾਰ ਹੈ, ਉਹ ਆਪਣੇ ਬੱਚਿਆਂ ਦੇ ਵਿੱਚ ਹਿੰਦੀ ਦੇ ਵਿੱਚ ਗੱਲਬਾਤ ਕਰਨਾ ਸ਼ੁਰੂ ਕਰੇਗਾ ਵੀ ਹਿੰਦੀ ਨੂੰ ਉਹ ਇਹ ਸਮਝਣਗੇ ਕਿ ਪੰਜਾਬੀ ਨਾਲੋਂ ਹਿੰਦੀ ਜ਼ਿਆਦਾ ਵਧੀਆ ਹੈਗੀ ਆ, ਤੇ ਉਹ ਆਪਸ ਦੇ ਵਿੱਚ ਗੱਲ ਹਿੰਦੀ ਵਿੱਚ ਕਰਨਗੇ। ਵੀ ਇਸ ਤਰ੍ਹਾਂ ਕਰਨ ਦੇ ਨਾਲ ਪਤਾ ਨਹੀਂ ਅਸੀਂ ਕਿੰਨੇ ਕੁ ਸਾਡਾ ਜਿਹੜਾ ਪੱਧਰ ਹੈ ਕਿੰਨਾ ਕੁ ਉੱਚਾ ਹੋ ਗਿਆ। ਤੇ ਨਾਲੇ ਜਿਹੜੇ ਤੁਸੀਂ ਨਾਲ ਹੀ ਗੱਲ ਕੀਤੀ ਕਿ ਸਕੂਲਾਂ ਦੇ ਵਿੱਚ ਜਿਹੜਾ ਮੀਡੀਅਮ ਹੈ ਉਹ ਅੰਗਰੇਜ਼ੀ ਜਾਂ ਹਿੰਦੀ ਆ, ਮੀਡੀਅਮ ਅੰਗਰੇਜ਼ੀ ਹੋਵੇਗਾ ਪਰ ਗੱਲਬਾਤ ਜਿਹੜੀ ਹੈ ਉਹ ਹਿੰਦੀ ਦੇ ਵਿੱਚ ਕੀਤੀ ਜਾਵੇਗੀ। ਇਸੇ ਲਈ ਜਦੋਂ ਸਾਡਾ ਬੱਚਾ ਉੱਥੇ ਜਾਂਦਾ ਆ ਤਾਂ ਉੱਥੋਂ ਕੀ ਸਿੱਖਦਾ ਆ? ਉਹ ਉੱਥੋਂ ਹਿੰਦੀ ਸਿੱਖੇਗਾ, ਅੰਗਰੇਜ਼ੀ ਸਿੱਖੇਗਾ, ਘਰ ਵਿੱਚ ਆ ਕੇ ਵੀ ਉਹੀ ਬੋਲੇਗਾ। ਤੇ ਮਾਵਾਂ ਜਿਹੜੀਆਂ ਨੇ ਉਹਨਾਂ ਉਹ ਵੀ ਕੀ ਕਰਨਗੀਆਂ ਕਿ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਜੇ ਤਾਂ ਬਹੁਤੀਆਂ ਪੜ੍ਹੀਆਂ ਲਿਖੀਆਂ ਨੇ ਫਿਰ ਅੰਗਰੇਜ਼ੀ 'ਚ ਕਰਨਗੀਆਂ, ਜੇ ਘੱਟ ਪੜ੍ਹੀਆਂ ਲਿਖੀਆਂ ਨੇ ਉਹ ਹਿੰਦੀ ਵਿੱਚ ਕਰਨਗੀਆਂ। ਇਹ ਸਾਡੀ ਮਾਨਸਿਕਤਾ ਦਾ ਸਵਾਲ ਹੈ। ਇਹ ਤਾਂ ਪਿੰਡਾਂ ਦੇ ਵਿੱਚ ਵੀ ਮਸਲਾ ਬਣ ਗਿਆ। ਹੁਣ ਤਾਂ ਪੇਂਡੂ ਮਾਵਾਂ ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੀ ਮਾਂ ਬੋਲੀ 'ਚ ਗੱਲ ਬੱਚਿਆਂ ਨਾਲ ਕਰਨਗੀਆਂ, ਉਹਨੇ ਤੇ ਤਾਂ ਹੁਣ ਲਾੜ ਵੀ ਨਹੀਂ ਰਹੇਗੀ ਮਾਂ ਬੋਲੀ ਦੇ ਵਿੱਚ। ਉਹ ਤਾਂ ਗੱਲ ਵੀ ਉਹਨਾਂ ਨਾਲ ਮਤਲਬ ਹਿੰਦੀ ਤੋਂ ਸ਼ੁਰੂ ਕਰਦੀਆਂ, ਅੰਗਰੇਜ਼ੀ ਦੇ ਲਫ਼ਜ਼। ਔਰ ਗੱਲ ਜਦੋਂ ਸਾਡੇ ਜਨਮ ਦਿਨ ਤੇ ਆਉਂਦੀ ਆ, ਅਸੀਂ ਬਰਥਡੇ ਤੋਂ ਬੱਚੇ ਨੂੰ ਇਹੋ ਜਿਹਾ ਗਜਾਉਂਦੇ ਆ ਕਰਨਾ ਹੈਪੀ ਬਰਥਡੇ ਵਾਲਾ ਸ਼ਬਦ, ਤੋਂ ਫਿਰ ਬੱਚਾ ਪੱਕਾ ਹੋ ਜਾਂਦਾ ਹੈਗਾ। ਨਹੀਂ ਬਿਲਕੁਲ ਕਮਲ ਜੀ, ਇਹ ਤਾਂ ਇੱਕ ਮੈਂ ਪਹਿਲੇ ਕਹਿ ਚੁੱਕੀ ਹਾਂ ਸਾਡੀ ਤਰਾਸਦੀ ਹੈ ਕਿ ਘਰਾਂ ਦੇ ਵਿੱਚ ਵੀ ਅਸੀਂ ਪੰਜਾਬੀ ਨਹੀਂ ਬੋਲਦੇ। ਘਰਾਂ ਦੇ ਵਿੱਚ ਵੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਾਂਗੇ ਜਾਂ ਅਸੀਂ ਹਿੰਦੀ ਦੇ ਵਿੱਚ। ਇਹਦਾ ਕਾਰਨ ਕੀ ਹੈ ਇਹ ਵੀ ਸਾਨੂੰ ਸਮਝਣਾ ਪਵੇਗਾ, ਕਿਉਂਕਿ ਮੀਡੀਆ ਦੇ ਵਿੱਚ ਜਿੰਨੇ ਵੀ ਸੀਰੀਅਲ ਆਉਂਦੇ ਨੇ
ਉਹ ਦੇਖ ਲਓ ਜ਼ਿਆਦਾਤਰ ਹਿੰਦੀ ਦੇ ਵਿੱਚ ਨੇ। ਅਸੀਂ ਫਿਲਮਾਂ ਜਿਹੜੀਆਂ ਨੇ ਉਹ ਵੀ ਹਿੰਦੀ ਦੇ ਵਿੱਚ ਆਉਂਦੀਆਂ ਨੇ। ਠੀਕ ਹੈ, ਚਾਹੇ ਪੰਜਾਬੀ ਸਿਨੇਮਾ ਕਾਫੀ ਉੱਨਤੀ ਕਰ ਰਿਹਾ, ਪਰ ਹਿੰਦੀ ਦੇ ਮੁਕਾਬਲੇ ਨਹੀਂ। ਜਿਹੜੀਆਂ ਅਖਬਾਰਾਂ ਨੇ ਉਹ ਵੀ ਹਿੰਦੀ ਦੇ ਵਿੱਚ ਸਸਤੀਆਂ ਮਿਲਦੀਆਂ ਨੇ ਪੰਜਾਬੀ ਦੇ ਨਾਲੋਂ। ਇਹ ਵੀ ਸਾਡੇ ਸਾਹਮਣੇ ਵੇਖਣ ਦਾ ਮਸਲਾ ਹੈਗਾ ਹੈ। ਕਾਰਨ ਇਹ ਹੈ ਕਿ ਹਰ ਇੱਕ ਭਾਸ਼ਾ ਦੀ ਆਪਣੀ ਆਰਥਿਕਤਾ ਹੁੰਦੀ ਆ। ਜਿਹੜੀ ਵੀ ਸੱਤਾ, ਜਿਹੜੇ ਵੀ ਹਾਕਮ ਸੱਤਾ ਉੱਪਰ ਕਾਬਜ਼ ਹੁੰਦੇ ਨੇ, ਉਹ ਆਪਣੀ ਹੀ ਭਾਸ਼ਾ ਜਿਹੜੀ ਹੈ ਲੋਕਾਂ ਦੇ ਵਿੱਚ ਫੈਲਾਉਣਾ ਚਾਹੁੰਦੇ ਨੇ। ਅੱਜ ਕੱਲ ਆਪਾਂ ਦੇਖਦੇ ਹੀ ਹਾਂ ਸੱਤਾ ਤੇ ਹਾਕਮ ਕੌਣ ਨੇ। ਬਿਲਕੁਲ ਉਹ ਕਿਉਂ ਖੇਤਰੀ ਉਹ ਤਾਂ ਪਹਿਲਾਂ ਹੀ ਹਿੰਦੁਸਤਾਨ ਨੂੰ ਵੀ ਇੱਕੋ ਹੀ ਮੁਲਕ ਬਣਾਉਣ ਦਾ, ਇੱਕੋ ਹੀ ਰਾਸ਼ਟਰ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇੱਕੋ ਹੀ ਭਾਸ਼ਾ ਹੋਵੇ ਜੀ, ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ ਨੂੰ ਖਤਮ ਕਰੋ ਜੀ, ਸਾਰੇ ਸੱਭਿਆਚਾਰ ਨੂੰ ਖਤਮ ਕਰੋ। ਬਿਲਕੁਲ ਬਿਲਕੁਲ। ਇਸ ਸਮੇਂ ਦੇ ਵਿੱਚ ਤਾਂ ਸਾਡੇ ਵਾਸਤੇ ਇੱਕ ਹੋਰ ਵੀ ਵੱਡੀ ਜਿਹੜੀ ਸਾਡੇ ਸਾਹਮਣੇ ਇੱਕ ਸੰਕਟ ਹੈਗਾ ਕਿ ਅਸੀਂ ਆਪਣੀ ਮਾਤ ਭਾਸ਼ਾ ਦਾ ਜਿਹੜਾ ਹੈਗਾ ਵੱਧ ਤੋਂ ਵੱਧ ਵਿਕਾਸ ਕਰੀਏ। ਤੇ ਜਿਹੜੇ ਜ਼ਿਆਦਾਤਰ ਜਿਹੜੇ ਸਰਕਾਰੀ ਸਕੂਲ ਨੇ, ਸਰਕਾਰੀ ਸਕੂਲਾਂ ਤੋਂ, ਕਿਉਂਕਿ ਆਮ ਤੌਰ ਤੇ ਮਾਨਸਿਕਤਾ ਇਹ ਬਣ ਗਈ, ਸੱਚ ਵੀ ਹੈਗਾ ਆ ਕਿ ਅਸਲ ਦੇ ਵਿੱਚ ਜਿਹੜਾ ਰੁਜ਼ਗਾਰ ਹੈਗਾ ਹੈ, ਰੁਜ਼ਗਾਰ ਇਹ ਜਿਹੜੇ ਸਾਡੇ ਮੁਕਾਬਲੇ ਦੇ ਪੇਪਰ ਹੁੰਦੇ ਨੇ ਉਹ ਜਾਂ ਤਾਂ ਹਿੰਦੀ ਵਿੱਚ ਹੋਣਗੇ ਜਾਂ ਅੰਗਰੇਜ਼ੀ ਵਿੱਚ ਹੋਣਗੇ। ਤੇ ਮਾਪੇ ਵੀ ਇਹੀ ਚਾਹੁੰਦੇ ਨੇ ਕਿ ਅਸੀਂ ਬੱਚਿਆਂ ਨੂੰ ਉਸ ਸਕੂਲ ਵਿੱਚ ਪਾਈਏ ਜਿੱਥੇ ਸਾਡਾ ਬੱਚਾ ਅੰਗਰੇਜ਼ੀ ਜਾਂ ਹਿੰਦੀ ਸਿੱਖੇ, ਕਿਉਂਕਿ ਉਹਨੇ ਅੱਗੋਂ ਮੁਕਾਬਲੇ ਦੇ ਉਹਦੇ ਵਿੱਚ ਜਾਣਾ ਹੈਗਾ ਆ, ਤੇ ਨਾਲ ਤਾਂ ਹੀ ਉਹਨੂੰ ਰੁਜ਼ਗਾਰ ਮਿਲੇਗਾ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਇਸ ਦੇ ਰਾਹ ਵਿੱਚ ਆਉਂਦੀਆਂ ਨੇ, ਜਿਹੜੀਆਂ ਸਾਡੀ ਪੰਜਾਬੀ ਮਾਂ ਬੋਲੀ ਦੇ ਰਸਤੇ ਦੇ ਵਿੱਚ ਰੁਕਾਵਟ ਬਣਦੀਆਂ ਨੇ। ਇੱਥੇ ਲੇਖਕ ਸਭਾਵਾਂ ਦੀ ਆਪਾਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਲੇਖਕ ਸਭਾਵਾਂ, ਦੋਸਤੋ ਤੁਹਾਨੂੰ ਵੀ ਪਤਾ ਆ, ਆਪਣੇ ਤੌਰ ਤੇ ਕੰਮ ਕਰ ਰਹੀਆਂ ਹੈਗੀਆਂ। ਤੁਹਾਨੂੰ ਕੀ ਲੱਗਦਾ ਇੱਕ ਲੇਖਕ ਸਭਾਵਾਂ ਦਾ ਇਹਦੇ ਵਿੱਚ ਹੁਣ ਕਿੰਨਾ ਕੁ ਅਹਿਮ ਯੋਗਦਾਨ ਹੈ? ਉਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ? ਬਤੌਰ ਤੁਸੀਂ ਸਾਰੇ ਪੰਜਾਬ ਦੇ ਲੇਖਕਾਂ ਨਾਲ ਤੁਹਾਡਾ ਜਿਹੜਾ ਵਾਹ ਵਾਸਤਾ ਰਹਿੰਦਾ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਲੇਖਕ ਸਭਾਵਾਂ ਆਪਣੇ ਵੱਲੋਂ ਲਗਾਤਾਰ ਹੀ ਕੰਮ ਕਰ ਰਹੀਆਂ ਨੇ ਜੀ। ਪਹਿਲਾਂ ਜਿਹੜਾ ਤੁਸੀਂ ਲਛਮਣ ਸਿੰਘ ਗਿੱਲ ਹੋਰਾਂ ਦੀ ਗੱਲ ਕੀਤੀ ਹੈਗੀ ਹੈ, ਜਿਹੜਾ ਉਹਨਾਂ ਨੇ ਐਕਟ ਪਾਸ ਕੀਤਾ 1967 ਦੇ ਵਿੱਚ, ਤੇ ਉਸ ਐਕਟ ਨੂੰ ਪਾਸ ਕਰਵਾਉਣ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਲੇਖਕ ਸਭਾਵਾਂ ਨੇ ਉਹਨਾਂ ਦਾ ਕਾਫੀ ਰੋਲ ਰਿਹਾ ਹੈਗਾ ਆ। ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਸਰਕਾਰੀ ਇੱਕ ਐਕਟ ਦੇ ਵਿੱਚ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜਾ ਕੰਮ ਹੈ ਪੰਜਾਬੀ ਵਿੱਚ ਹੋਏਗਾ, ਪਰ ਉਹ ਪੰਜਾਬੀ ਵਿੱਚ ਕੰਮ ਨਹੀਂ ਹੋਇਆ। ਦੁਬਾਰਾ ਫਿਰ 2008 ਦੇ ਵਿੱਚ ਜਿਹੜਾ ਐਕਟ ਪਾਸ ਹੁੰਦਾ ਹੈ, ਉਹਨੂੰ ਵੀ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਸਰਕਾਰ ਚਿੱਠੀਆਂ ਕੱਢ ਦਿੰਦੀ ਹੈ ਪੰਜਾਬੀ ਵਿੱਚ ਕੰਮ ਕਰੋ, ਕਿਉਂਕਿ ਇੱਕ ਦਬਾਅ ਦੇ ਕਾਰਨ, ਤੇ ਬਾਅਦ ਦੇ ਵਿੱਚ ਪੰਜਾਬੀ ਵਿੱਚ ਕਰੇ ਚਾਹੇ ਨਾ ਕਰੇ ਉਹਦੇ ਉੱਪਰ ਕੋਈ ਜਿਹੜਾ ਹੈਗਾ ਕਾਰਵਾਈ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਇੱਥੇ ਇੱਕ ਚੀਜ਼ ਇਹ ਨਹੀਂ ਲੱਗਦੀ ਕਿ ਜਿਵੇਂ ਅੱਜ ਦੋਸਤੋ ਸੋਸ਼ਲ ਮੀਡੀਆ ਦਾ ਜ਼ਮਾਨਾ, ਔਰ ਅਸੀਂ ਕਾਫੀ ਕੁਝ ਇਹੋ ਜਿਹਾ ਦੇਖ ਲੈਂਦੇ ਹਾਂ ਜਿਹਨੂੰ ਸੁਣ ਕੇ ਹੈਰਾਨੀ ਆਉਂਦੀ ਆ ਕਿ ਜਿਵੇਂ ਹੁਣ ਭਗਵੰਤ ਮਾਨ ਹੋਣਾ ਨੇ ਆਪਣੇ ਮੰਤਰੀਆਂ ਦੀ ਲਿਸਟ ਪਿਛਲੇ ਦਿਨੀ ਜਾਰੀ ਕੀਤੀ ਆ, ਉਹ ਅੰਗਰੇਜ਼ੀ ਵਿੱਚ ਜਾਰੀ ਕੀਤੀ ਆ, ਔਰ ਉਹਨਾਂ ਦੇ ਆਪਦੇ ਪੇਜ ਦੇ ਉੱਤੇ ਹੀ ਉਹ ਪਈ ਆ। ਫਿਰ ਕਿਵੇਂ ਹੋ ਸਕਦਾ ਕਿ ਜੇ ਉਹ ਆਪ ਹੀ ਨਹੀਂ ਪੰਜਾਬੀ 'ਚ ਕੰਮ ਕਰ ਰਹੇ ਤੇ ਫਿਰ ਪੰਜਾਬ ਨੂੰ ਕਿਵੇਂ ਪੰਜਾਬੀ ਲਾਗੂ ਕਰਾਉਣ ਦੇਣਗੇ ਉਹ? ਦੇਖੋ ਜੀ, ਇਹ ਉਹਨਾਂ ਨੇ ਲੋਕਾਂ ਦੀਆਂ ਭਾਵਨਾ ਨੂੰ ਵੇਖ ਕੇ ਆਪਣੇ ਆਪ ਨੂੰ ਇਹ ਦੱਸਣ ਦੇ ਲਈ ਕਿ ਵੀ ਮੈਂ ਪੰਜਾਬ ਦਾ ਪੂਰਾ ਪਿਆਰ ਕਰਦਾ, ਇੱਥੋਂ ਦੀ ਧਰਤੀ ਨੂੰ, ਇੱਥੋਂ ਦੀ ਭਾਸ਼ਾ ਨੂੰ, ਉਸ ਆਧਾਰ ਤੇ ਉਹਨੇ ਐਲਾਨ ਕਰ ਦਿੱਤਾ। ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਐਲਾਨ ਕਰਨਾ ਤੇ ਉਸ ਨੂੰ ਲਾਗੂ ਕਰਨਾ, ਇਹਨਾਂ ਦੋਨਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਤੁਹਾਨੂੰ ਲੱਗਦਾ ਸੀ ਕਿ ਇੱਥੇ ਇੱਕ ਵਿਦਵਾਨਾਂ ਦਾ ਪੈਨਲ ਹੋਣਾ ਚਾਹੀਦਾ, ਮਾਹਰਾਂ ਦਾ ਪੈਨਲ ਹੋਣਾ ਚਾਹੀਦਾ, ਉਹਨਾਂ ਨਾਲ ਗੱਲਬਾਤ ਕਰਦੇ, ਫਿਰ ਇਹਦੀ ਇੱਕ ਠੋਸ ਨੀਤੀ ਤਿਆਰ ਕਰਦੇ, ਫਿਰ ਇਸ ਗੱਲ ਨੂੰ ਲਾਗੂ ਕਰਦੇ? ਦੇਖੋ ਕਮਲ ਜੀ, ਇਹ ਠੋਸ ਨੀਤੀਆਂ ਬਹੁਤ ਵਾਰੀ ਬਣ ਚੁੱਕੀਆਂ ਹੋਈਆਂ ਨੇ, ਪਹਿਲਾਂ ਵੀ ਬਣੀਆਂ ਹੋਈਆਂ ਨੇ, ਪਰ ਲਾਗੂ ਹੀ ਨਹੀਂ ਹੋ ਰਹੀਆਂ। ਲਾਗੂ ਨਹੀਂ ਹੁੰਦੀਆਂ ਹੈਗੀਆਂ। ਲਾਗੂ ਨਹੀਂ, ਇਹਦਾ ਕਈ ਕਾਰਨ ਨੇ। ਦੇਖੋ ਅੱਜ ਜਿਸ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਮੰਡੀ ਦਾ ਦੌਰ ਹੈਗਾ ਹੈ। ਬਿਲਕੁਲ। ਮੰਡੀ ਦੇ ਦੌਰ ਦੇ ਵਿੱਚ ਉਹੀ ਭਾਸ਼ਾ ਵਿਕਾਸ ਕਰੇਗੀ ਜਿਹੜੀ ਮੰਡੀ ਦੀ ਭਾਸ਼ਾ ਬਣੇਗੀ। ਬਿਲਕੁਲ। ਉਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਜਾਂ ਲੋਕਾਂ ਦੇ ਜਿਹੜੇ ਭਾਵ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਹੈ, ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਮੁੱਲ ਸਿਰਫ ਇਹ ਹੈ ਕਿ ਚੀਜ਼ ਨੂੰ ਅਸੀਂ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਵੇਚਣਾ ਹੈ। ਜਿਹੜੀਆਂ ਭਾਸ਼ਾ ਮੰਡੀ ਦੀ ਵਸਤਾਂ ਦਾ ਪ੍ਰਚਾਰ ਕਰਦੀਆਂ ਨੇ ਉਹ ਭਾਸ਼ਾ ਜਿਉਂਦੀਆਂ ਰਹਿ ਸਕਦੀਆਂ ਨੇ, ਰਹਿ ਜਾਣਗੀਆਂ। ਜਿਹੜੀਆਂ ਨਹੀਂ ਕਰਨਗੀਆਂ ਉਹ ਮਾਰ ਦਿੱਤੀਆਂ ਜਾਣਗੀਆਂ। ਇਹ ਜਿਹੜਾ ਉੱਪਰਲਾ ਹਮਲਾ ਹੈਗਾ ਹੈ ਨਾ, ਇਹ ਬਹੁਤ ਖਤਰਨਾਕ ਹਮਲਾ ਹੈਗਾ ਆ। ਤੇ ਇਸ ਹਮਲੇ ਦੇ ਵਿੱਚ ਗਲਤਾਨ ਹੋਏ, ਕਿਉਂਕਿ ਜਿਹੜਾ ਸਾਡਾ ਹਾਕਮ ਜਮਾਤ ਹੈ ਉਸਨੇ ਵੀ ਇਸ ਕੰਜ਼ਿਊਮਰ ਜਿਹੜਾ ਖਪਤਕਾਰੀ ਯੁੱਗ ਹੈਗਾ, ਦੌਰ ਹੈਗਾ ਆ, ਉਹਨੂੰ
ਆਪ ਪਨਾਹ ਦਿੱਤੀ ਹੈਗੀ ਆ। ਜੀ ਜੀ ਇਸ ਦੌਰ ਦੇ ਵਿੱਚ ਭਾਸ਼ਾ ਸੱਭਿਆਚਾਰ ਦੀ ਤਾਂ ਕੋਈ ਕੀਮਤ ਰਹਿ ਹੀ ਨਹੀਂ ਜਾਂਦੀ ਕਿ ਉਹ ਇੱਕ ਸਾਡੇ ਜਿਹੜੀ ਮੇਨ ਤਰਾਸਦੀ ਇਹ ਹੈ ਕਿ ਸਾਡੀ ਭਾਸ਼ਾ ਦੇ ਉੱਪਰ ਇੱਕ ਤਾਂ ਮੰਡੀ ਦੇ ਭਾਸ਼ਾ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਹੈਗਾ ਆ, ਦੂਜਾ ਜਿਹੜੀ ਸਾਡੀ ਹਾਕਮਾਂ ਦੀ ਨੀਤੀ ਜੀ ਸੈਂਟਰ ਦੇ ਵਿੱਚ ਬੈਠੀ ਹੋਈ ਸਰਕਾਰ ਦੀ ਜਿਹੜੀ ਨੀਤੀ ਆ ਉਹਦਾ ਪ੍ਰਭਾਵ ਪੈ ਰਿਹਾ। ਉਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਇੱਕੋ ਹੀ ਭਾਸ਼ਾ ਹੋਵੇ, ਹਿੰਦੀ ਭਾਸ਼ਾ ਹੋਵੇ, ਤੇ ਦੂਸਰੇ ਪਾਸੇ ਜਿਹੜਾ ਉੱਪਰਲਾ ਪ੍ਰਭਾਵ ਪੈ ਰਿਹਾ ਹੈ ਉਹ ਹੈ ਅੰਗਰੇਜ਼ੀ ਭਾਸ਼ਾ ਦਾ। ਦੋਨੋਂ ਭਾਸ਼ਾ ਜਿਹੜੀਆਂ ਨੇ ਨਾ ਪੰਜਾਬੀ ਭਾਸ਼ਾ ਨੂੰ ਝੰਜੋੜ ਰਹੀਆਂ ਨੇ। ਸਿਰਫ ਪੰਜਾਬੀ ਭਾਸ਼ਾ ਨੂੰ ਹੀ ਨਹੀਂ ਬਲਕਿ ਸਾਰੀਆਂ ਹੀ ਖੇਤਰੀ ਭਾਸ਼ਾਵਾਂ, ਕਿਸੇ ਵੀ ਸਟੇਟ ਦੀ ਭਾਸ਼ਾ ਲੈ ਲਓ, ਭਾਸ਼ਾ ਉੱਥੇ ਹੀ ਬਚੇਗੀ ਜਿੱਥੇ ਲੋਕ ਜਿਹੜੇ ਨੇ ਉਹ ਭਾਸ਼ਾ ਦੇ ਹੱਕ ਵਿੱਚ ਖੜੇ ਹੁੰਦੇ ਨੇ। ਜਿਵੇਂ ਅੱਜ ਆਪਾਂ 21 ਫਰਵਰੀ ਦਾ ਦਿਨ ਮਨਾ ਰਹੇ ਹੈਗੇ ਆ ਤੇ ਮਨਾਇਆ ਜਾ ਰਿਹਾ, ਪ੍ਰਚਾਰ ਵੀ ਕੀਤਾ ਜਾ ਰਿਹਾ ਹੈਗਾ ਆ ਸਕੂਲਾਂ ਕਾਲਜਾਂ ਦੇ ਵਿੱਚ, ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ 21 ਫਰਵਰੀ ਦਾ ਦਿਨ ਮਨਾ ਰਹੀਆਂ ਨੇ। 21 ਫਰਵਰੀ ਦਾ ਦਿਨ ਵੀ ਸਾਨੂੰ ਇਹੀ ਯਾਦ ਕਰਾਉਂਦਾ ਆ ਕਿ ਉਸ ਦਿਨ ਬੰਗਲਾ ਦੇਸ਼ ਦੇ ਵਿੱਚ ਆਪਣੀ ਭਾਸ਼ਾ ਬੰਗਲਾ ਨੂੰ ਲਾਗੂ ਕਰਨ ਦੇ ਵਾਸਤੇ ਉੱਥੋਂ ਦੇ ਪਿਆਰੇ ਬਰਕਤ ਵਰਗੇ ਜਿਹੜੇ ਸਾਥੀ ਸੀ ਉਹ ਅੱਗੇ ਆਏ ਤੇ ਉਹਨਾਂ ਨੇ ਸਰਕਾਰ ਨੂੰ ਇਹ ਕਹਿਤਾ ਸੀ ਤੁਹਾਡੀ ਭਾਸ਼ਾ ਨਹੀਂ ਅਸੀਂ ਲਾਗੂ ਕਰਨੀ, ਸਾਡੀ ਜਿਹੜੀ ਲੋਕਾਂ ਦੀ ਭਾਸ਼ਾ ਹੈਗੀ ਹੈ ਅਸੀਂ ਉਸ ਭਾਸ਼ਾ ਨੂੰ ਜਿੰਦਾ ਰੱਖਾਂਗੇ। ਉਹਨਾਂ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਤੇ ਉਹ ਸ਼ਹੀਦ ਹੋ ਗਏ। ਇਹਦਾ ਮਤਲਬ ਜੇ ਇਹੋ ਜਿਹਾ ਜਜ਼ਬਾ ਸਾਡੇ ਲੋਕਾਂ ਵਿੱਚ ਜਾਗ ਜੇ ਜੀ ਬਿਲਕੁਲ ਤੇ ਅਸੀਂ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਮੰਗ ਕਰੀਏ, ਅਸੀਂ ਸਿੱਖਿਆ ਦੀ ਭਾਸ਼ਾ ਬਣਾਉਣ ਦੀ ਮੰਗ ਕਰੀਏ ਤਾਂ ਮੈਨੂੰ ਲੱਗਦਾ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਬਚਾ ਸਕਦੇ ਆ। ਇਹਦੇ ਵਾਸਤੇ ਸਾਨੂੰ ਇੱਕ ਲਹਿਰ ਬਣਾਉਣ ਦੀ ਲੋੜ ਆ। ਮੈਂ ਇੱਥੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਵੀ ਕਰੂੰਗਾ। ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੀਆਂ ਵੀ ਜਿਹੜੀਆਂ ਚਿੱਠੀਆਂ ਕੁਝ ਸੈਮੀਨਾਰਾਂ ਲਈ ਜਾਰੀ ਕੀਤੀਆਂ ਗਈਆਂ ਉਹ ਅੰਗਰੇਜ਼ੀ 'ਚ ਜਾਰੀ ਕੀਤੀਆਂ, ਜਦੋਂ ਕਿ ਦੁਨੀਆ ਵਿੱਚ ਵਾਹਿਦ ਦੂਸਰੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ 'ਤੇ ਬਣੀ ਹੈ। ਫਿਰ ਇੱਥੇ ਕਿਉਂ ਇਹੋ ਜਿਹਾ ਕੰਮ ਹੋ ਰਿਹਾ ਕਿ ਜਾਂ ਤੁਹਾਨੂੰ ਲੱਗਦਾ ਵੀ ਇੱਥੇ ਵੀ ਇੱਕ ਲਾਬੀ ਇਹੋ ਜਿਹੀ ਬੈਠੀ ਹੈ ਜਿਹੜੀ ਉਹ ਪੰਜਾਬੀ ਦੇ ਐਂਟੀ ਕੰਮ ਕਰੀ ਜਾਂਦੇ ਨੇ? ਹਾਂਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਕੁਝ ਚਿੱਠੀਆਂ ਜਿਹੜੀਆਂ ਨੇ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਆਈਆਂ ਵੀ ਨੇ ਤਾਂ ਖੈਰ ਅਜੇ ਜਿਹੜੇ ਵਿਰੋਧ ਕਰਨ ਵਾਲੇ ਲੋਕ ਨੇ ਉਹਨਾਂ ਤੱਕ ਪਹੁੰਚੇ ਹੀ ਨਹੀਂ ਹੋਣੀਆਂ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ। ਇਹ ਇਕੱਲਾ ਇਹ ਨਹੀਂ ਹੈ, ਸਾਡੇ ਸਿਲੇਬਸ ਦੇਖੋ ਉਹ ਵੀ ਅੰਗਰੇਜ਼ੀ ਵਿੱਚ ਨੇ, ਸਾਨੂੰ ਜਿਹੜੀਆਂ ਕਿਤਾਬਾਂ ਮਿਲ ਰਹੀਆਂ ਨੇ ਉਹ ਵੀ ਅੰਗਰੇਜ਼ੀ ਦੇ ਵਿੱਚ ਨੇ। ਕਹਿਣ ਦਾ ਭਾਵ ਹੈ ਕਿਤੇ ਨਾ ਕਿਤੇ ਇਹ ਹੈ ਕਿ ਨਾ ਤਾਂ ਕੋਈ ਸਾਇੰਸ ਦੀ ਜੋ ਕੋਈ ਵੀ ਕਿਤਾਬ ਜਿਹੜੀ ਹੈਗੀ ਹੈ ਉਹਦੀ ਜਿਹੜੀ ਆਪਣੀ ਤਕਨੀਕੀ ਸ਼ਬਦ ਹੈਗੇ ਨੇ ਵੀ ਉਸ ਤਰ੍ਹਾਂ ਦੇ ਉੱਪਰ ਵੀ ਯੂਨੀਵਰਸਿਟੀਆਂ ਨੂੰ ਕੰਮ ਕਰਨਾ ਪਵੇਗਾ। ਇਹ ਮੈਂ ਹੁਣ ਅਰਥ ਸ਼ਾਸਤਰ ਦੀ ਜਿਹੜੀ ਹੈ MA ਕੀਤੀ ਆ ਤਾਂ ਮੈਨੂੰ ਵੀ ਇਹ ਬੜੀ ਸਮੱਸਿਆ ਆਉਂਦੀ ਸੀ ਕਿ ਜਿਹੜੀਆਂ ਕਿਤਾਬਾਂ ਸਾਨੂੰ ਅੰਗਰੇਜ਼ੀ ਵਿੱਚ ਮਿਲਦੀਆਂ ਸਨ, ਅਜੇ ਵੱਡੇ ਜਿਹੜੇ ਸਾਡੇ ਉੱਚ ਵਿਦਿਆਲੇ ਨੇ ਉਹਨਾਂ ਦੇ ਵਿੱਚ ਬੈਠੇ ਹੋਏ ਜਿਹੜੇ ਵਿਦਵਾਨ ਨੇ ਨਾ ਉਹਨਾਂ ਵਾਸਤੇ ਇਹ ਕੰਮ ਕਰਨਾ ਹੈਗਾ ਆ ਕਿ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਨੇ, ਕਿਉਂਕਿ ਇੱਕ ਗਿਆਨ ਹੁੰਦਾ ਆ, ਇੱਕ ਜਾਣਕਾਰੀ ਹੁੰਦੀ ਹੈ। ਜਾਣਕਾਰੀ ਤਾਂ ਅਸੀਂ ਬਹੁਤ ਪ੍ਰਾਪਤ ਕਰ ਲੈਂਦੇ ਹਾਂ, ਗਿਆਨ ਜਿਹੜਾ ਜਿੰਨਾ ਚਿਰ ਅਸੀਂ ਮਾਤ ਭਾਸ਼ਾ ਦੇ ਵਿੱਚ ਨਹੀਂ ਪ੍ਰਾਪਤ ਕਰਦੇ ਉਹਨਾਂ ਚਿਰ ਅਸੀਂ ਕਾਮਯਾਬ ਨਹੀਂ ਹੁੰਦੇ ਹੈਗੇ। ਉਹਨਾਂ ਨੂੰ ਅਜੇ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਦਾ ਅਜੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਪਿਆ ਆ। ਜਿੰਨਾ ਚਿਰ ਉਹ ਨਹੀਂ ਹੁੰਦਾ ਹੈਗਾ ਉਹਨਾਂ ਚਿਰ ਜਿਹੜਾ ਪੂਰਾ ਗਿਆਨ ਹੈ ਉਹ ਲੋਕਾਂ ਤੱਕ, ਉਹ ਸਿੱਖਿਆਰਥੀਆਂ ਤੱਕ ਨਹੀਂ ਜਾਵੇਗਾ। ਤੁਸੀਂ ਬੰਗਲਾਦੇਸ਼ ਦੀ ਗੱਲ ਕੀਤੀ ਸੀ, ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੂੰਗਾ ਕਿ ਬਾਹਰ ਦੇਸ਼ ਦੇ ਵਿੱਚ ਜਾ ਕੇ ਮੈਨੂੰ ਕਈ ਸੂਬਿਆਂ ਵਿੱਚ ਜਾਣ ਦਾ ਮੌਕਾ ਮਿਲਦਾ। ਮੈਂ ਇੱਕ ਚੀਜ਼ ਤਾਂ ਦੇਖੀ ਹੈ, ਗੁਜਰਾਤ ਵਿੱਚ ਵੀ ਮੈਂ ਗਿਆ, ਬੰਗਲਾਦੇਸ਼ ਔਰ ਪੱਛਮੀ ਬੰਗਾਲ ਦੀ ਗੱਲ ਮੈਂ ਕਰ ਰਿਹਾ ਸੀਗਾ। ਉੱਥੇ ਜਾ ਕੇ ਨਾ ਮੈਂ ਖਾਸ ਇੱਕ ਚੀਜ਼ ਜਿਹੜੀ ਨੋਟ ਕੀਤੀ ਹੈ ਕਿ ਉੱਥੇ ਮੈਨੂੰ ਹਿੰਦੀ ਨਹੀਂ ਕਿਤੇ ਦੇਖਣ ਨੂੰ ਮਿਲੀ। ਸਾਰੇ ਜਿਹੜੇ ਉਹਨਾਂ ਦੇ ਚਾਹੇ ਦੁਕਾਨਾਂ ਸੀ ਚਾਹੇ ਅਦਾਰੇ ਸੀਗੇ ਉੱਥੇ ਉਹਨਾਂ ਦੀ ਮਾਂ ਬੋਲੀ ਲਿਖੀ ਗਈ ਸੀ। ਅਸੀਂ ਉਸ ਤਰੀਕੇ ਨਾਲ ਆਪ ਹੀ ਨਹੀਂ ਜੁੜ ਸਕੇ। ਸਾਡੇ ਵਿੱਚ ਵੀ ਤਾਂ ਇੱਕ ਵੱਡੀ ਕਮੀ ਲੱਗਦੀ ਆ। ਔਰ ਇੱਥੇ ਇੱਕ ਹੋਰ ਮੈਂ ਚੀਜ਼ ਜਿਹੜੀ ਆਪਾਂ ਯੂਨੀਵਰਸਿਟੀ ਦੀ ਗੱਲ ਛੇੜੀ ਹੈ, ਜਿਹੜੇ ਵਿਦਵਾਨ ਯੂਨੀਵਰਸਿਟੀਆਂ 'ਚ ਬੈਠੇ ਆ, ਜਿਹੜੀਆਂ ਕਿਤਾਬਾਂ ਆਉਂਦੀਆਂ, ਮੈਨੂੰ ਲੱਗਦਾ ਹੈ ਕਿ ਅਗਰ ਮੈਂ ਹੁਣ ਤੱਕ ਆਪਣੀ ਗੱਲ ਕਰਾਂ ਤਾਂ ਮੈਂ ਪੰਜਾਬੀ ਦੀਆਂ ਇੰਨੀਆਂ ਕੁ ਕਿਤਾਬਾਂ ਪੜ੍ਹ ਚੁੱਕਿਆ, ਪਰ ਜਦੋਂ ਹੁਣ ਦੇ ਵਿਦਵਾਨਾਂ ਦੀ ਜਿਹੜੇ ਬਹੁਤ ਸਾਰਾ ਇਸ ਤਰ੍ਹਾਂ ਦੀ ਕਿਤਾਬਾਂ ਸੀ, ਕੋਈ ਸਾਹਿਤ ਪੜ੍ਹੀ ਦਾ, ਉਹਦੇ ਵਿੱਚ ਅਕਾਊ ਜੀ ਸ਼ਬਦਾਵਲੀ ਆ, ਬੋਝਲ ਜੀ ਸ਼ਬਦਾਵਲੀ ਜਿਹੜੀ ਮੇਰੇ ਉੱਤੋਂ ਵੀ ਟੱਪ ਜਾਂਦੀ ਹੈ ਅਤੇ ਮੈਨੂੰ ਲੱਗਦਾ ਕਿ ਆਮ ਜਿਹੜਾ ਕੋਈ ਪੰਜਾਬੀ ਸਾਦਗੀ ਨਾਲ ਪੜ੍ਹਨ ਵਾਲਾ ਸੀਗਾ ਉਹਨੂੰ ਤਾਂ ਜਮੀ ਨਹੀਂ ਸਮਝ ਲੱਗਣੀ। ਇੱਥੇ ਕੀ ਕਹੋਗੇ ਤੁਸੀਂ? ਜਿਹੜਾ ਪਹਿਲਾ ਤੁਹਾਡਾ ਸਵਾਲ ਹੈ ਕਿ ਸਾਊਥ ਦੇ ਵਿੱਚ ਵੀ ਉੱਥੇ ਹਿੰਦੀ ਨਹੀਂ ਹੈ, ਇਹ ਗੱਲ ਬਿਲਕੁਲ ਮੰਨੀ ਜਾ ਸਕਦੀ ਹੈ ਕਿਉਂਕਿ ਜਿਹੜਾ ਹਿੰਦੀ ਦਾ ਪ੍ਰਭਾਵ ਹੈਗਾ, ਇੱਕ ਹੁੰਦੀ ਹੈ ਕਿ ਭਾਸ਼ਾ ਦੂਸਰੀ ਭਾਸ਼ਾ ਦੇ ਵਿੱਚ ਆਪਸ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਦੂਸਰੇ ਨੂੰ ਨਹੀਂ ਸਮਝਦੇ ਤਾਂ ਉਹਦੇ ਵਾਸਤੇ ਇੱਕ
ਭਾਸ਼ਾ ਵਰਤੀ ਜਾਂਦੀ ਹੈ ਬਿਲਕੁਲ ਸਾਂਝੀ ਭਾਸ਼ਾ। ਸਾਂਝੀ ਭਾਸ਼ਾ। ਜੀ ਇਹਦਾ ਪ੍ਰਭਾਵ ਜਿਹੜਾ ਉੱਤਰੀ ਭਾਰਤ ਦੇ ਵਿੱਚ ਹੈਗਾ, ਦੱਖਣ ਵਾਲੇ ਪਾਸੇ ਨਹੀਂ ਹੈ। ਜੀ ਜੀ ਬਿਲਕੁਲ। ਦੱਖਣ ਵਾਲੇ ਪਾਸੇ ਨਾ ਹੋਣਾ ਕਿਉਂਕਿ ਉੱਥੋਂ ਦੇ ਲੋਕਾਂ ਨੇ ਆਪਣੀ ਭਾਸ਼ਾ ਨੂੰ ਬਚਾ ਕੇ ਰੱਖਿਆ ਆ, ਉਹ ਅਤੇ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਆ। ਤੇ ਜ਼ਿਆਦਾਤਰ ਜਿਹੜਾ ਸੈਂਟਰ ਦਾ ਦਬਾਅ ਹੋਇਆ, ਦਬਾਅ ਪੈਂਦਾ ਵੀ ਰਿਹਾ, ਉਹ ਸਾਡੇ ਉੱਤਰ ਵਾਲੇ ਪਾਸੇ ਹੀ ਰਿਹਾ ਸੀਗਾ। ਉਹਦਾ ਪ੍ਰਭਾਵ ਉੱਤਰ ਵਾਲੇ ਪਾਸੇ ਜ਼ਿਆਦਾ ਕਬੂਲਿਆ ਗਿਆ। ਤੇ ਇਸ ਦੇ ਨਾਲ ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਉਹ ਇਹ ਹੈ ਕਿ ਜਿਹੜੇ ਅੱਜ ਵਿਦਵਾਨ ਲਿਖਦੇ ਨੇ, ਪਹਿਲੀ ਗੱਲ ਹੈ ਆਲੋਚਨਾ। ਜੀ ਬਿਲਕੁਲ। ਆਲੋਚਨਾ ਦੇ ਸ਼ਬਦ ਜਿਹੜੇ ਬੜੇ ਜ਼ਿਆਦਾਤਰ ਆਲੋਚਨਾ ਜਿਹੜੀ ਸਾਡਾ ਕਾਵਿ ਸ਼ਾਸਤਰ ਹੈਗਾ ਆ, ਇਹ ਸੰਸਕ੍ਰਿਤ ਵਿੱਚ ਮਿਲਦਾ ਹੈ। ਜੀ ਜੀ। ਜਾਂ ਜਿਹੜੇ ਕੁਝ ਸਿਧਾਂਤ ਸਾਡੇ ਨੇ ਪੱਛਮ ਵੱਲੋਂ ਆਏ ਨੇ, ਉਹਨਾਂ ਦੀ ਜਿਹੜੀ ਸ਼ਬਦਾਵਲੀ ਅੰਗਰੇਜ਼ੀ ਦੇ ਵਿੱਚ ਆ, ਤੇ ਜਾਂ ਜਿਹੜੇ ਇੱਥੋਂ ਸੰਸਕ੍ਰਿਤ ਦੇ ਸ਼ਬਦ ਨੇ ਉਹ ਵਰਤੇ ਜਾਂਦੇ ਹੈਗੇ ਨੇ। ਉਸੇ ਕਰਕੇ ਜਾਂ ਇੱਕ ਮਾਨਸਿਕਤਾ ਹੀ ਬਣ ਗਈ ਹੈ ਕਿ ਅਸੀਂ ਭਾਰੀ ਸ਼ਬਦ ਵਰਤ ਕੇ ਤੇ ਆਪਣੀ ਵਿਦਵਤਾ ਦਾ ਅਹਿਸਾਸ ਕਰਵਾ ਸਕਦੇ ਹੈਗੇ ਆ, ਹੈ ਨਾ। ਤੇ ਕਿਉਂਕਿ ਉਹ ਲਿਖਤਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ, ਲੋਕਾਂ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚ ਕੀ ਜਾ ਰਿਹਾ ਹੈਗਾ ਆ। ਇਹ ਵੀ ਸਾਡੇ ਸਾਹਮਣੇ ਸਵਾਲ ਹੈ। ਤੇ ਜਿਹੜੀ ਮਾਂ ਬੋਲੀ ਹੁੰਦੀ ਆ, ਜੇ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਕਹੀਏ, ਬੋਝਲ ਸ਼ਬਦਾਂ ਨੂੰ ਸਧਾਰਨ ਸ਼ਬਦਾਂ ਵਿੱਚ ਲਿਆ ਕੇ, ਲੋਕ ਸ਼ਬਦਾਂ ਵਿੱਚ ਲਿਆ ਕੇ ਅਸੀਂ ਆਪਣੀ ਗੱਲ ਕਰੀਏ, ਤਾਂ ਉਹ ਗਿਆਨ ਜਿਹੜਾ ਲੋਕਾਂ ਤੱਕ ਹੋਰ ਵੀ ਪ੍ਰਸਾਰ ਕਰੇਗਾ। ਬਿਲਕੁਲ। ਤੇ ਜਿਹੜੀ ਸਾਡੀ ਮਾਂ ਬੋਲੀ ਹੈ ਉਸ ਦਾ ਹੋਰ ਵੀ ਜ਼ਿਆਦਾ ਪ੍ਰਸਾਰ ਹੋਵੇਗਾ। ਜੀ ਜੀ। ਇਸੇ ਲਈ ਮੈਂ ਪਹਿਲਾਂ ਵੀ ਕਿਹਾ ਆ ਕਿ ਕਿਸੇ ਵੀ ਦੇਸ਼ ਦੇ ਵਿੱਚ ਬੋਲੀ ਨੂੰ ਬਚਾਉਣ ਵਾਲੇ ਲੋਕ ਹੀ ਹੁੰਦੇ ਆ, ਕੋਈ ਸ਼ੱਕ ਨਹੀਂ ਹੈ। ਇੱਥੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੂੰਗਾ ਕਿ ਡਾਕਟਰ ਅਰਵਿੰਦਰ ਕੌਰ ਕਾਕੜਾ ਜੀ ਕਿਸਾਨ ਅੰਦੋਲਨ ਦੇ ਵਿੱਚ ਵੀ ਸਰਗਰਮ ਭੂਮਿਕਾ ਇਹਨਾਂ ਦੀ ਰਹੀ ਆ। ਆਪਣੀ ਡਿਊਟੀ, ਕਿਉਂਕਿ ਇੱਕ ਗੁਰੂ ਨੇ ਸਿੱਖਿਆ ਦਿੰਦੇ ਪਏ ਨੇ ਕਾਲਜ ਦੇ ਵਿੱਚ, ਤੇ ਨਾਲ ਨਾਲ ਉੱਥੇ ਵੀ ਉਹ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੇ ਨਿਭਾਈ ਆ, ਉਹਨਾਂ ਦਾ ਯੋਗਦਾਨ ਰਿਹਾ ਹੈਗਾ। ਉਸ ਸੰਦਰਭ ਨਾਲ ਵੀ ਆਪਾਂ ਜੇ ਦੇਖੀਏ, ਤੁਹਾਨੂੰ ਲੱਗਿਆ ਕਿ ਪੰਜਾਬ ਦੀ ਪੂਰੇ ਵਿਸ਼ਵ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਔਰ ਪੰਜਾਬੀ ਦਾ ਵੀ ਜਿਹੜਾ ਸੀਗਾ ਅਮਨ ਫਲਾਹ ਹੋਇਆ? ਦੇਖੋ, ਇਹ ਅੰਦੋਲਨ ਸੀ ਜਿਸ ਇਤਿਹਾਸਿਕ ਅੰਦੋਲਨ ਬਣਿਆ ਜੀ ਜੀ, ਜਿਸ ਦੇ ਵਿੱਚ ਪੰਜਾਬ ਮੋਹਰੀ ਬਣਿਆ ਜੀ, ਤੇ ਬਾਕੀ ਸੂਬੇ ਜਿਹੜੇ ਸੀ, ਚਾਹੇ ਉਹ ਹਰਿਆਣਾ ਸੀ, ਚਾਹੇ ਉੱਤਰ ਪ੍ਰਦੇਸ਼ ਸੀਗੇ, ਚਾਹੇ ਹੋਰ ਵੀ ਸੀ, ਉਹਦੇ ਵਿੱਚ ਸ਼ਾਮਲ ਹੋਏ ਜੀ। ਇਹਦੀ ਇੱਕ ਚੀਜ਼ ਤਾਂ ਸਾਹਮਣੇ ਆਈ ਕਿ ਜਦੋਂ ਜਿਵੇਂ ਅਸੀਂ ਲੋਕ ਸਾਹਿਤ ਪੜ੍ਹਦੇ ਹਾਂ, ਲੋਕ ਸਾਹਿਤ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਸਾਡੇ ਗੀਤ ਨੇ, ਬਹੁਤ ਸਾਰੇ ਸਾਡੇ ਟੱਪੇ ਨੇ, ਹੈ ਨਾ, ਵੀ ਜਿਹੜੇ ਲੋਕਾਂ ਨੇ ਆਪ ਸਿਰਜੇ ਹੋਏ ਬਹੁਤ ਸਾਰੀਆਂ ਸਾਡੀਆਂ ਬੋਲੀਆਂ ਨੇ ਜੀ। ਉਹ ਸਾਰਾ ਕੁਝ ਅੰਦੋਲਨ ਦੇ ਵਿੱਚ ਹੋਇਆ। ਹੁਣ ਜਦੋਂ ਲੋਕਾਂ ਵੱਲੋਂ ਇਸ ਤਰ੍ਹਾਂ ਦਾ ਸਾਹਿਤ ਸਿਰਜਿਆ ਜਾਂਦਾ ਆ ਤੇ ਉਹ ਸਾਹਿਤ ਮੀਡੀਆ ਦੇ ਵਿੱਚ ਆਉਂਦਾ ਆ, ਦੁਨੀਆ ਭਰ ਦੇ ਵਿੱਚ ਲੋਕ ਉਹਨੂੰ ਦੇਖਦੇ ਨੇ, ਜਿਵੇਂ ਸਾਡੀਆਂ ਬੀਬੀਆਂ ਦੇ ਟੱਪੇ, ਉਹਨਾਂ ਦੀਆਂ ਬੋਲੀਆਂ, ਉਹਨਾਂ ਦੇ ਗੀਤ, ਤੇ ਉਸ ਦੇ ਨਾਲ ਤਾਂ ਪੰਜਾਬੀ ਭਾਸ਼ਾ ਦਾ ਪ੍ਰਸਾਰ ਹੋਇਆ। ਬਿਲਕੁਲ। ਪੰਜਾਬੀ ਭਾਸ਼ਾ ਦੇ ਵਿੱਚ ਇੱਕ ਜਿਹੜੀ ਧੁਨੀ ਹੈ ਨਾ, ਉਹ ਲੋਕ ਪੱਖੀ ਧੁਨੀ ਆ। ਬਿਲਕੁਲ। ਤੇ ਉਹ ਲੋਕ ਪੱਖੀ ਧੁਨੀ ਜਿਹੜੀ ਹੈ ਨਾ, ਵੀ ਉਸ ਦੇ ਵਿੱਚ ਜਿਵੇਂ ਆਪਣੀ ਗੁਰਬਾਣੀ ਹੈ ਨਾ, ਜਿਵੇਂ ਗੁਰਬਾਣੀ ਦੇ ਵਿੱਚ ਕਿਸੇ ਪ੍ਰਤੀ ਕੋਈ ਵੈਰ ਵਿਰੋਧ ਨਹੀਂ ਹੈ। ਭਾਵੇਂ ਕੀ ਹੈ ਕਿ ਕੁਝ ਲੋਕ ਇਸ ਨੂੰ ਆਪਣੇ ਹਿੱਤ ਲਈ ਵਰਤਦੇ ਹੋਏ ਇਸ ਨੂੰ ਧਰਮ ਦੇ ਨਾਲ ਜੋੜਦੇ ਨੇ। ਭਾਸ਼ਾ ਕੋਈ ਵੀ ਹੈ, ਭਾਸ਼ਾ ਕਿਸੇ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ, ਤੇ ਪੰਜਾਬੀ ਦਾ ਤੇ ਵੈਸੇ ਹੀ ਖਾਸ ਨਹੀਂ, ਕਿਉਂਕਿ ਲੋਕਾਂ ਨੇ ਘੜੀ, ਲੋਕਾਂ ਨੇ ਬਣਾਈ, ਤੇ ਲੋਕਾਂ ਦੀ ਬਾਣੀ ਇਹਦੇ ਵਿੱਚ ਹੈਗੀ ਹੈ। ਇਸੇ ਲਈ ਜਦੋਂ ਇਹ ਕਿਸਾਨ ਅੰਦੋਲਨ ਦੇ ਵਿੱਚ ਜੋ ਕੁਝ ਸਿਰਜਿਆ ਗਿਆ, ਜਦੋਂ ਵਿਸ਼ਵ ਪੱਧਰ ਤੇ ਗਿਆ, ਤਾਂ ਉਹਦੇ ਨਾਲ ਵਾਕਈ ਹੀ ਲੋਕਾਂ ਦੇ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦਾ ਵੀ ਪ੍ਰਸਾਰ ਹੋਇਆ। ਜਿਵੇਂ ਇੱਕ ਵਾਰੀ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ, ਉਹ ਆਪਣੇ ਸੱਭਿਆਚਾਰ ਨੂੰ ਭੁੱਲ ਗਏ, ਅਣਖ ਨਾਲ ਜਿਉਣਾ, ਅੜ ਕੇ ਖੜਨਾ, ਇਹ ਚੀਜ਼ਾਂ ਭੁੱਲ ਕੇ ਹੁਣ ਉਹ ਨੌਜਵਾਨ ਜਿਹੜਾ ਸ਼ਰਾਬੀ ਕਬਾਬੀ ਹੋ ਕੇ ਐ ਫਿਰਦਾ ਹੈਗਾ ਆ, ਉਹ ਜਿਹੜਾ ਬਿੰਬ ਸੀ ਉਹ ਤੋੜਿਆ। ਇਸ ਲਈ ਪੰਜਾਬ ਦੀ ਧਰਤੀ ਦੇ ਵਿੱਚ ਆਪਣੀ ਭਾਸ਼ਾ ਪ੍ਰਤੀ, ਆਪਣੇ ਸੱਭਿਆਚਾਰ ਪ੍ਰਤੀ, ਆਪਣੇ ਲੋਕਾਂ ਲਈ, ਹੱਕ ਸੱਚ ਦੇ ਵਾਸਤੇ ਮਰਨ ਦੇ ਲਈ ਜਜ਼ਬਾ ਹੈਗਾ ਆ। ਅੱਜ ਵੀ ਲੋਕ ਇਹ ਲਹਿਰ ਬਣਾਉਣਾ ਚਾਹੁੰਦੇ ਨੇ, ਤੇ ਮੈਨੂੰ ਇਸ ਦੀ ਪੂਰੀ ਉਮੀਦ ਹੈ ਕਿ ਜਦੋਂ ਹੀ ਇਹ ਲਹਿਰ ਬਣ ਗਈ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਵੀ ਬਣੇਗੀ। ਸਿਆਸਤ ਨੂੰ, ਭਗਵੰਤ ਮਾਨ ਨੂੰ ਝੁਕਣਾ ਪੈਣਾ ਇਸ ਚੀਜ਼ ਲਈ। ਇਹ ਗੱਲ ਦੀ ਅਸੀਂ ਇੰਤਜ਼ਾਰ, ਉਡੀਕ ਕਰ ਰਹੇ ਹੈਗੇ ਆ, ਤੇ ਇਹ ਗੱਲ ਵਾਪਰ ਗਈ, ਕਿਉਂਕਿ ਸਿਰਫ ਇੱਕ
ਸਮਾਗਮ ਮਨਾਉਣ ਦੇ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋਏਗਾ। ਬਿਲਕੁਲ ਪੰਜਾਬੀ ਭਾਸ਼ਾ ਦਾ ਵਿਕਾਸ ਉਦੋਂ ਹੋਏਗਾ ਜਦੋਂ ਇਹ ਲੋਕਾਂ ਦੇ ਅੰਦਰੋਂ ਜਿਹੜਾ ਬਿੰਬ ਬਣਿਆ ਹੋਇਆ, ਮਾਨਸਿਕਤਾ ਬਣੀ ਹੋਈ ਹੈ, ਜਿਹੜੀ ਬਣਾਈ ਗਈ ਹੈ, ਉਹ ਜਿੰਨਾ ਚਿਰ ਖਤਮ ਨਹੀਂ ਹੁੰਦੀ। ਜੀ, ਤਾਂ ਅਖੀਰ ਦੇ ਵਿੱਚ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ, ਤੁਸੀਂ ਉਹਨਾਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਿਸ ਤਰੀਕੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਉਹ ਹੋਰ ਜੁੜਨ, ਔਰ ਜਿਹੜੇ ਲੋਕ ਇਹ ਕਹਿੰਦੇ ਆ ਕਿ ਮਾਂ ਬੋਲੀ ਤੋਂ ਅਸੀਂ ਜਿਹੜੇ ਭੱਜ ਰਹੇ ਆ, ਦੂਜੀਆਂ ਭਾਸ਼ਾਵਾਂ ਦੇ ਵਿੱਚ ਬੋਲ ਕੇ ਫਖਰ ਸਮਝਦੇ ਆ, ਉਹਨਾਂ ਨੂੰ ਸੁਨੇਹਾ ਕੀ ਲਾਉਂਗੇ? ਦੇਖੋ ਜੀ, ਮਾਂ ਬੋਲੀ ਸਾਡੀ ਹੋਂਦ ਹੁੰਦੀ ਆ, ਮਾਂ ਬੋਲੀ ਸਾਡੀ ਪਹਿਚਾਣ ਹੁੰਦੀ ਆ। ਮਾਂ ਬੋਲੀ ਤੇ ਸੱਭਿਆਚਾਰ ਕਰਕੇ ਅਸੀਂ ਹਾਂ। ਜੇ ਸਾਡੀ ਮਾਂ ਬੋਲੀ ਨਹੀਂ ਹੈ ਜਦ ਤੇ ਸਾਡਾ ਸੱਭਿਆਚਾਰ ਨਹੀਂ ਹੈ, ਇਹਦਾ ਮਤਲਬ ਸਾਡੀ ਕੋਈ ਹੋਂਦ ਨਹੀਂ ਹੈ। ਅੱਜ ਦੇ ਦਿਨ ਸਾਨੂੰ ਇਹੀ ਪ੍ਰਣ ਕਰਨਾ ਪਏਗਾ 21 ਫਰਵਰੀ ਵਾਲੇ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਉੱਪਰ ਕਿ ਸਾਨੂੰ ਆਪਣੀ ਮਾਂ ਬੋਲੀ ਪ੍ਰਤੀ ਪਿਆਰ, ਮਾਂ ਬੋਲੀ ਦਾ ਵੱਧ ਤੋਂ ਵੱਧ ਪ੍ਰਸਾਰ ਕਰਨ ਲਈ ਤੇ ਮਾਂ ਬੋਲੀ ਦੇ ਸਾਹਮਣੇ ਦਰਪੇਸ਼ ਜਿਹੜੀਆਂ ਮੁਸ਼ਕਲਾਵਾਂ ਨੇ, ਜਿਹੜੇ ਸੰਕਟ ਖੜੇ ਨੇ, ਉਹਨਾਂ ਨੂੰ ਖਤਮ ਕਰਨ ਦੇ ਲਈ ਇਕੱਠੇ ਹੋ ਕੇ ਲੋਕ ਲਹਿਰ ਬਣਾਈਏ ਤੇ ਆਪਣੀ ਭਾਸ਼ਾ ਦਾ ਜਿਹੜਾ ਮਾਣ ਸਨਮਾਨ ਹੈ ਉਸੇ ਤਰ੍ਹਾਂ ਹੀ ਬਰਕਰਾਰ ਰੱਖੀਏ, ਤਾਂ ਹੀ ਅਸੀਂ ਇੱਕ ਜਿਉਂਦੇ ਮਨੁੱਖ ਜਿਹੜੇ ਆ ਉਹ ਰਹਿ ਪਾਵਾਂਗੇ ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ, ਤੁਸੀਂ ਪੰਜਾਬੀ ਮਾਂ ਬੋਲੀ ਵਾਸਤੇ ਸਾਡੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਆ। ਦੋਸਤੋ, ਉਮੀਦ ਕਰਦਾ ਹਾਂ ਕਿ ਡਾਕਟਰ ਰਵਿੰਦਰ ਕੌਰ ਕਾਕੜਾ ਹੋਰਾਂ ਨਾਲ ਜਿਹੜੀ ਗੱਲਬਾਤ ਹੋਈ ਆ ਤੁਹਾਨੂੰ ਪਸੰਦ ਆਊਗੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਜੁੜੋ। ਲੋੜ ਨਾ ਪਵੇ ਕਹਿਣ ਦੀ, ਲੋੜ ਨਾ ਪਵੇ ਦਬਾਅ ਦੀ, ਲੋੜ ਨਾ ਪਵੇ ਸਰਕਾਰਾਂ ਨੂੰ, ਹਕੂਮਤਾਂ ਨੂੰ ਕਹਿਣ ਦੀ। ਸਾਨੂੰ ਆਪ ਹੀ ਆਪਣੀ ਮਾਂ ਬੋਲੀ ਉੱਤੇ ਫਖਰ ਹੋਣਾ ਚਾਹੀਦਾ ਆ। ਸੋ ਇਸ ਦੇ ਨਾਲ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 91 TV।